ਮੈਂ ਹੀ 3 ਸਾਲ ਤੋਂ ਡੇਅਰੀ ਫਾਰਮ ਕਰ ਰਿਹਾ। ਮੈਂ ਸਵੇਰ 3:30 ਵਜੇ ਉੱਠਦਾ ਤੇ ਰਾਤ ਨੂੰ ਮੈਂ 9:30 10 ਵਜੇ ਪੈਂਦਾ ਜੀ। ਸਾਰੀ ਦਿਹਾੜੀ ਮੈਂ ਇਹਨਾਂ ਦੇ ਵਿੱਚ ਰਹਿਣਾ ਜੀ। ਇਹ ਮੇਰੀਆਂ ਪੁੱਤਾਂ ਨੂੰ ਪਾਲੀਆਂ ਹੋਈਆਂ। ਮੇਰੇ ਕੋਲੇ ਕੱਲ੍ਹ ਡੈਥ ਹੋਈ ਹੈ ਬੱਚੀ ਡੈਨਮਾਰਕ 40/16 ਦੀ ਬੱਚੀ ਸੀ। 2 ਮਹੀਨੇ ਰਹਿ ਗਏ ਸੀਗੇ ਜੀ। ਬਹੁਤ ਉਮੀਦਾਂ ਸੀ ਮੈਨੂੰ ਉਹ ਵੈਡ ਤੋਂ ਹੀ। ਮੈਨੂੰ ਆਏ ਸੀਗਾ ਵੀ ਮੈਂ PDF ਤੇ ਮੇਲੇ ਤੇ ਲੈ ਕੇ ਜਾਊਂਗਾ। ਮੇਰੀਆਂ ਆਸਾਂ ਤੇ ਸਾਰੀਆਂ ਤੇ ਪਾਣੀ ਫਿਰ ਚੁੱਕਾ ਜੀ। ਹੁਣ ਮੇਰੇ ਹੀਰੇ ਕੌਡੀਆਂ ਦੇ ਭਾਤ ਰੋ ਜਾਂਦੇ ਜੀ। ਮੈਂ ਦੱਸੋ ਕਿੱਧਰ ਜਾਵਾਂ ਜੀ, ਕੀ ਕਰਾਂ ਜੀ? ਮੈਨੂੰ ਕੋਈ ਰਾਹ ਨਹੀਂ ਦੱਸ ਰਿਹਾ ਇਸ ਟਾਈਮ ਜੀ। ਜੇ ਬਿਮਾਰੀ ਆਈ ਸੀ ਤੁਸੀਂ ਡਾਕਟਰ ਕੋਲ ਨਹੀਂ ਗਏ? ਮੇਰੀਆਂ 3 ਗਾਈਆਂ ਦੀ ਡੈਥ ਹੋ ਗਈ ਜੀ। ਇਸ ਟਾਈਮ ਮੈਂ 85,000 ਰੁਪਇਆ ਲਾ ਚੁੱਕਾ ਜੀ ਗਾਈਆਂ ਦੇ ਉੱਤੇ। ਦਵਾਈ ਤੇ ਮੈਡੀਸਨ ਦੇ ਜੀ। ਐਕਸ਼ਨ ਨਾਲ ਹੋਰ ਬਹੁਤ ਸਾਰੇ ਮਹਿੰਗੇ ਟੀਕੇ ਆਈ ਜਾਂਦੇ ਆ ਜੀ। 500-600 ਤੋਂ ਘੱਟ ਕੋਈ ਮੈਡੀਸਨ ਨਹੀਂ ਆ ਰਹੀ। ਕੀ ਕਰਗੇ, ਕਿੱਧਰ ਜਾਵੇ ਕਿਸਾਨੀ ਜੀ? ਜੋ ਤੁਹਾਡੀ ਗਾਈਆਂ ਮਰੀਆਂ ਨੇ ਕਿੰਨੇ ਦਾ ਘਾਟਾ ਪੈ ਗਿਆ ਤੁਹਾਨੂੰ? ਮੈਨੂੰ ਘੱਟੋ ਘੱਟ ਜੀ ਇਸ ਟਾਈਮ 6 ਲੱਖ ਦਾ ਘਾਟਾ ਪੈ ਗਿਆ ਜੀ। ਮੇਰੇ ਕੋਲੇ 45 ਲੀਟਰ ਤੇ ਗਾਈਆਂ ਸੀਗੀਆਂ ਜੀ। 3 ਗਾਈਆਂ ਦੀ ਡੈਥ ਹੋ ਗਈ। 2-2 2.5 ਲੱਖ ਦਾ ਐਨੀਮਲ ਸੀਗੇ ਜੀ। ਜੋ ਹੁਣ ਇਸ ਸਮੇਂ ਤੁਹਾਡੇ ਕੋਲ ਗਾਈਆਂ ਹੈਗੀਆਂ ਇਹਨਾਂ ਵਿੱਚੋਂ ਕਿੰਨਿਆਂ ਨੂੰ ਬਿਮਾਰੀ ਹੈ? ਇਸ ਟਾਈਮ ਮੇਰੇ ਕੋਲੇ 4 ਗਾਈਆਂ ਨੂੰ ਬਿਮਾਰੀ ਆ ਚੁੱਕੀ ਆ ਹੋ ਰਹੀ। ਆਹ ਗਾਂ ਸਾਹਮਣੇ ਖੜੀ ਆ ਜੀ। ਇਹ ਘੱਟੋ ਘੱਟ 45 ਲੀਟਰ ਦੁੱਧ ਵਾਲੀ ਗਾਂ ਸੀ। ਆਹ ਦੇਖੋ ਜੀ ਤੁਸੀਂ ਕੀ ਹਾਲਤ ਬਣੀ ਹੈ ਜੀ। ਤੁਸੀਂ ਕਹਿੰਦੇ ਹੋ ਕਿ 3 ਗਾਈਆਂ ਨੂੰ ਹੋਰ ਬਿਮਾਰੀ ਲੱਗੀ ਹੈ। ਫਿਰ ਕੱਲ ਨੂੰ ਜੇ ਗਾਈਆਂ ਵੀ ਮਰ ਗਈਆਂ ਫਿਰ ਕੀ ਕਰੋਗੇ? ਕੋਈ ਹੱਲ ਨਹੀਂ ਜੀ। ਹੁਣ ਸਾਰੇ ਰਾਹ ਸਾਡੇ ਬੰਦ ਹੋ ਚੁੱਕੇ ਆ ਸਾਰੇ ਜੀ। ਅਖੀਰ ਨੂੰ ਕਿਸਾਨ ਕਹਿੰਦੇ ਆ ਜੀ ਫਾਹਾ ਲੈ ਗਿਆ। ਫਿਰ ਫਾਹੇ ਵਾਲਾ ਕੰਮ ਹੀ ਹੋ ਗਿਆ ਜੀ। ਫਾਹਾ ਹੀ ਲੈ ਸਕਦੇ, ਇਸ ਤੋਂ ਬਾਅਦ ਤਾਂ ਕੁਝ ਕਰ ਨਹੀਂ ਸਕਦੇ ਜੀ। ਹੁਣ ਕੀ ਰਹਿ ਗਿਆ ਸਾਡੇ ਕੋਲੇ? ਕੁਝ ਨਹੀਂ ਰਿਹਾ ਜੀ। ਜਿਨ੍ਹਾਂ ਨੇ ਲੋਨ ਲਏ ਨੇ, ਜਿਨ੍ਹਾਂ ਦੀ ਗਾਈਆਂ ਮਰ ਗਈਆਂ, ਜੇ ਉਹਨਾਂ ਕਿਸਾਨਾਂ ਕੋਲ ਲੋਨ ਉਤਰਿਆ ਹੀ ਨਹੀਂ ਫਿਰ ਕੀ ਕਰਨਗੇ? ਜਿਹੜੇ ਕਿਸਾਨਾਂ ਨੇ ਲੋਨ ਲੈ ਕੇ ਡੇਅਰੀ ਫਾਰਮਿੰਗ ਦਾ ਕਿੱਤਾ ਸ਼ੁਰੂ ਕੀਤਾ ਉਹਨਾਂ ਦਾ ਡੁੱਬਣਾ ਤਾਂ ਤੈਅ ਆ ਨਾ। ਹੁਣ ਜਦੋਂ ਉਹਨਾਂ ਦੇ ਪਸ਼ੂ ਮਰ ਗਏ, ਦੁੱਧ ਨਹੀਂ ਹੈ, ਫਿਰ ਉੱਪਰੋਂ ਡਾਕਟਰ ਕਹਿੰਦੇ ਕਿ ਇਹ ਦੁੱਧ ਮਤਲਬ ਵਰਤਨਯੋਗ ਨਹੀਂ। ਜਦੋਂ ਇੰਨੇ ਜਿਹਨੂੰ ਟੀਕੇ ਲੱਗ ਰਹੇ ਨੇ, ਉਹ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਤਾਂ ਉਹ ਜਿਨ੍ਹਾਂ ਨੇ ਲੋਨ ਲਿਆ ਡੇਅਰੀ ਫਾਰਮਿੰਗ ਵਾਸਤੇ ਕਿਸ਼ਤਾਂ ਕਿੱਥੋਂ ਮੋੜਨਗੇ? ਇੱਥੇ ਤਾਂ ਸਾਡੇ ਇੰਨਾ ਬੁਰਾ ਹਾਲ ਆ। ਤੁਸੀਂ ਕਿਸੇ ਵੀ ਪਿੰਡ ਜਾ ਕੇ ਪੁੱਛ ਲਓ, ਜਿਹੜੇ ਇੱਥੇ ਵੈਟਰਨਰੀ ਡਾਕਟਰ ਆਉਂਦੇ, ਜਿਹੜੇ ਡਾਕਟਰਾਂ ਨੂੰ ਲਿਆਂਦਾ ਜਾਂਦਾ ਪਸ਼ੂਆਂ ਦਿਆਂ ਨੂੰ, ਉਹ ਸਾਰੇ ਪ੍ਰਾਈਵੇਟ ਹੈਗੇ। ਸਰਕਾਰ ਦੀ ਤਾਂ ਕੋਈ ਸਹੂਲਤ ਨਹੀਂ ਹੈ। ਇਹ ਤਾਂ ਕਿਸਾਨੀ ਤਾਂ ਜਿਹੜੀ ਆ ਜੂਆ ਖੇਡਦੀ ਆ। ਮੂੰਗੀ ਬਿਜਲੀ ਤਾਂ ਜੂਆ, ਬਾਸਮਤੀ ਬਿਜਲੀ ਤਾਂ ਜੂਆ, ਪਸ਼ੂ ਰੱਖ ਲੈ ਤਾਂ ਜੂਆ। ਤੇ ਜਿਹੜਾ ਇਹ ਦੁੱਧ ਇਹਨਾਂ ਅਫੈਕਟਡ ਪਸ਼ੂਆਂ ਦਾ ਡੇਅਰੀ ਫਾਰਮਿੰਗ ਰਾਹੀਂ ਜਾ ਰਿਹਾ ਹੈਗਾ, ਜਿੰਦੇ ਉਹ ਇੰਨੀਆਂ ਦਵਾਈਆਂ ਲੱਗੀਆਂ ਜਾਂ ਹੋਰ ਸਾਰਾ ਕੁਝ ਹੋਇਆ, ਕੱਲ੍ਹ ਨੂੰ ਪੀਣ ਵਾਲੇ ਸ਼ਹਿਰੀ ਲੋਕਾਂ ਦਾ, ਹੋਰਾਂ ਦਾ ਵੀ ਨੁਕਸਾਨ ਹੋ ਸਕਦਾ। ਹੁਣ ਜਿੰਨਾ ਕਿਸਾਨੀ ਦਾ ਸੰਕਟ ਆ, ਜਿੰਨਾ ਪਸ਼ੂਆਂ ਦਾ ਸੰਕਟ ਬਣ ਗਿਆ, ਹੁਣ ਕੀ ਸਾਰਾ ਪੰਜਾਬ ਖੁਦਕੁਸ਼ੀ ਕਰ ਜੇ? ਕਿ ਸਾਰਾ ਪੰਜਾਬ ਮਰ ਜੇ? ਜੇ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਹੈ ਤਾਂ ਅਸੀਂ ਕਿਉਂ ਮਰ ਗਏ? ਅਸੀਂ ਸਰਕਾਰ ਦੇ ਖਿਲਾਫ ਲੜੀਏ, ਸਰਕਾਰ ਦੇ ਗੱਲ ਜਿਹੜਾ ਹੈਗਾ ਅੰਗੂਠਾ ਦੇਈਏ। ਇਹ ਕਿੱਤਾ ਪਿੰਡਾਂ ਦੇ ਨਾਲ ਸ਼ਹਿਰਾਂ ਨਾਲ ਵੀ ਜੁੜਿਆ ਹੋਇਆ ਹੈ। ਜੇ ਪਿੰਡਾਂ ਵਿੱਚ ਗਾਈਆਂ ਸਹੀ ਨਹੀਂ ਤੇ ਸ਼ਹਿਰਾਂ ਵਿੱਚ ਦੁੱਧ ਕਿਵੇਂ ਪੁੱਜ ਜਾਏਗਾ? ਇਹ ਸਭ ਤੋਂ ਅਹਿਮ ਸਵਾਲ ਹੈ। ਹੁਣ ਇੱਕ ਨਵੀਂ ਜੋ ਬਿਮਾਰੀ ਆਈ ਹੈ ਪਸ਼ੂਆਂ ਨੂੰ ਲੈ ਕੇ, ਲਿੰਪੀ ਸਕਿਨ ਜਿਸ ਨੂੰ ਕਿਹਾ ਜਾ ਰਿਹਾ, ਪਿਛਲੇ 1 ਮਹੀਨੇ ਤੋਂ ਇਹ ਬਿਮਾਰੀ ਆਈ ਹੋਈ ਹੈ, ਜਿਸ ਕਰਕੇ ਕਿਸਾਨ ਦੇ ਕਈ ਸੈਂਕੜੇ ਪਸ਼ੂ ਨੇ ਉਹ ਮਰ ਗਏ ਨੇ। ਤੁਸੀਂ ਪਿੱਛੇ ਇਹ ਗਾਵਾਂ ਦੇਖ ਰਹੇ ਹੋ। ਜ਼ਿਲ੍ਹਾ ਫਰੀਦਕੋਟ ਦੇ ਅਸੀਂ ਇੱਕ ਪਿੰਡ ਵਿੱਚ ਮੌਜੂਦ ਹਾਂ, ਜਿੱਥੇ ਇੱਕ ਘਰ ਦੀਆਂ 11 ਗਾਵਾਂ ਨੇ। 3 ਗਾਵਾਂ ਜੋ ਇਸ ਬਿਮਾਰੀ ਕਰਕੇ ਮਰ ਚੁੱਕੀਆਂ ਨੇ, ਔਰ ਇਹਨਾਂ ਗਾਵਾਂ ਵਿੱਚੋਂ 4 ਨੂੰ ਲਿੰਪੀ ਸਕਿਨ ਦੀ ਬਿਮਾਰੀ ਹੈ। ਕਦੋਂ ਵੀ ਇਹ ਮਰ ਸਕਦੀਆਂ ਨੇ। ਜਿਹੜੀਆਂ ਗਾਵਾਂ ਮਰੀਆਂ ਸੀ 45 ਲੀਟਰ ਇੱਕ ਦਿਨ ਦਾ ਦੁੱਧ ਦਿੰਦੀਆਂ ਸੀ। ਹੁਣ ਸਵਾਲ ਇਹ ਉੱਠਦਾ ਕਿ ਕਿਸਾਨ ਕੀ ਕਰੇ ਜੇ ਕਿਸਾਨ ਦੀਆਂ ਗਾਈਆਂ ਮਰ ਜਾਂਦੀਆਂ, ਜਿਨ੍ਹਾਂ ਨੇ ਲੱਖਾਂ ਰੁਪਈਆ ਲਗਾ ਕੇ ਇਹਨਾਂ ਗਾਵਾਂ ਨੂੰ ਪਾਲਿਆ ਪੋਸਿਆ, ਜਾ ਕੇ ਡੇਅਰੀ ਵਿੱਚ ਦੁੱਧ ਪਾਉਂਦੇ ਨੇ। ਹੁਣ ਉਹ ਕਿਸਾਨ ਕੀ ਕਰੇ? ਇੱਕ ਇਹੋ ਜਿਹੀ ਨੌਜਵਾਨ ਕਿਸਾਨ ਦੇ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਇਹਨਾਂ ਗਾਈਆਂ ਨੂੰ ਸਵੇਰੇ 3 ਵਜੇ ਉੱਠ ਕੇ ਪੱਠੇ ਪਾਏ, ਪੁੱਤਾਂ ਵਾਂਗੂ ਰੱਖਿਆ, ਖੁਦ ਨਹਿਲਾਇਆ। ਪਰ ਜਦੋਂ ਇਹਨਾਂ ਪੁੱਤਾਂ ਵਾਂਗੂ ਪਾਲਿਆ, ਗਾਈਆਂ ਵਿੱਚੋਂ 3 ਦੀ ਮੌਤ ਹੋ ਗਈ, ਤਾਂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਉਸ ਦੀ ਕਮਾਈ ਹੁਣ ਕਿੱਥੋਂ ਹੋਵੇਗੀ? ਕਿੰਨਾ ਖਰਚਾ ਹੋਇਆ, ਕਿਹੜੇ ਟ੍ਰੀਟਮੈਂਟ ਕਰਾਏ ਨੇ, ਸਰਕਾਰ ਕੀ ਕਰ ਰਹੀ ਹੈ, ਇਸ ਉੱਪਰ ਆਪਾਂ ਚਰਚਾ ਕਰਾਂਗੇ। ਫਿਲਹਾਲ ਕਿ ਡੇਅਰੀ ਫਾਰਮ ਵੀ ਪੰਜਾਬ ਦੇ ਇਸ ਵੇਲੇ ਮੁਸੀਬਤ ਵਿੱਚ ਨੇ ਜਾਂ ਮੁਸ਼ਕਲ ਵਿੱਚ ਨੇ, ਕਿਉਂਕਿ ਗਾਈਆਂ ਦਾ ਦੁੱਧ ਜਾਂਦਾ, ਮੱਝਾਂ ਦਾ ਦੁੱਧ ਜਾਂਦਾ। ਜੇ ਗਾਵਾਂ ਮੱਝਾਂ ਮਰ ਗਈਆਂ ਫਿਰ ਕਿਸਾਨ ਦਾ ਕੀ ਬਣੂਗਾ? ਗੱਲਬਾਤ ਪਹਿਲਾਂ ਇਸ ਨੌਜਵਾਨ ਦੇ ਨਾਲ ਕਰਾਂਗੇ ਕਿ ਕਿੰਨੀਆਂ ਗਾਈਆਂ ਹੁਣ ਤੱਕ ਮੌਜੂਦ ਸੀ ਔਰ ਕਿੰਨੀਆਂ ਗਾਈਆਂ ਦੀ ਮੌਤ ਹੋ ਚੁੱਕੀ ਹੈ। ਵੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜਸਪ੍ਰੀਤ ਸਿੰਘ ਜੱਸਾ ਜੀ। ਪਿੰਡ ਕਿਹੜਾ? ਪਿੰਡ ਬੱਗਿਆਣਾ ਜੀ। ਕਿੰਨੀਆਂ ਗਾਈਆਂ ਤੁਹਾਡੇ ਕੋਲ? ਮੇਰੇ ਕੋਲ ਇਸ ਟਾਈਮ 11 ਗਾਈਆਂ ਜੀ। ਮਰੀਆਂ ਕਿਵੇਂ ਗਾਈਆਂ? ਮਰੀਆਂ ਲਿੰਪੀ ਸਕਿਨ ਨਾਲ ਮਰ ਗਏ ਜੀ। ਲਿੰਪੀ ਸਕਿਨ ਬਹੁਤ ਜ਼ਿਆਦਾ ਆਈ ਹੈ ਜੀ। ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ ਲਿੰਪੀ ਸਕਿਨ ਦਾ। ਹਰੇਕ ਕਿਸਾਨ ਪਰੇਸ਼ਾਨ ਆ ਜੀ, ਹਰੇਕ ਫਾਰਮ ਵਾਲਾ ਪਰੇਸ਼ਾਨ ਹੈ ਲਿੰਪੀ ਸਕਿਨ ਤੋਂ ਜੀ। ਹਾਂਜੀ। ਅੱਛਾ, ਹੁਣ ਇੱਕ ਸਵਾਲ ਉਹ ਉੱਠਦਾ ਹੈ, ਜੇ ਬਿਮਾਰੀ ਆਈ ਸੀ ਤੁਸੀਂ ਡਾਕਟਰ ਕੋਲ ਨਹੀਂ ਗਏ? ਡਾਕਟਰ ਕੋਲੇ ਗਏ ਆ। ਡਾਕਟਰ ਲੱਛਣ ਦੇ ਆਧਾਰ ਤੇ ਕਰ ਰਿਹਾ ਇਲਾਜ ਜੀ। ਉਹ ਕਹਿੰਦੇ ਜੇ ਬੁਖਾਰ ਆ ਰਿਹਾ
ਤਾਂ ਬੁਖਾਰ ਆਪਾਂ ਟ੍ਰੀਟਮੈਂਟ ਕਰ ਸਕਦੇ ਹਾਂ। ਜੇ ਤੇ ਲੰਗੜਾ ਬੁਖਾਰ ਆਉਂਦਾ ਜਾਂ ਕੁਝ ਵੀ ਆਉਂਦਾ ਜੀ, ਉਹ ਆਪਾਂ ਟ੍ਰੀਟਮੈਂਟ ਕਰ। ਜਿਹੜੀ ਲੈਂਪੀ ਸਕੈਨ ਹੈ ਜੀ, ਲੈਂਪੀ ਦਾ ਕੋਈ ਵੀ ਟ੍ਰੀਟਮੈਂਟ ਹੈ ਨਹੀਂ, ਕੋਈ ਵੀ ਇਹਦੀ ਮੈਡੀਸਨ ਨਹੀਂ ਬਣੀ ਜੀ। ਕਿਸਾਨ ਕਿੱਧਰ ਜਾਵੇ ਜੀ, ਕੀ ਕਰੇ ਕਿਸਾਨ ਜੀ ਦੱਸੋ। ਲੈਂਪੀ ਸਕੈਨ ਦਾ ਟ੍ਰੀਟਮੈਂਟ ਨਹੀਂ ਹੋ ਰਿਹਾ, ਬੁਖਾਰ ਹੈ ਜੀ, ਟੈਂਪਰੇਚਰ ਆ ਗਾਂ ਨੂੰ ਹੁਣ 108 ਬੁਖਾਰ ਹੈ ਜੀ, ਟੁੱਟ ਹੀ ਨਹੀਂ ਰਿਹਾ ਬੁਖਾਰ, ਕੀ ਕਰਾਂਗੇ ਜੀ, ਕੁਛ ਨਹੀਂ ਕਰ ਸਕਦੇ ਜੀ। ਹੁਣ ਇੱਕ ਜੇ ਤੁਸੀਂ ਗਏ ਹੋ ਡਾਕਟਰ ਕੋਲੋਂ, ਖਰਚਾ ਵੀ ਤਾਂ ਹੁੰਦਾ ਹੋਊਗਾ ਗਾਈਆਂ ਦਾ ਲਿਜਾਣ ਲਈ, ਫਿਰ ਗਾਈਆਂ ਬਚ ਪਾਈਆਂ ਨੇ ਤੁਹਾਡੀਆਂ? ਮੇਰੀਆਂ 3 ਗਾਈਆਂ ਦੀ ਡੈਥ ਹੋ ਗਈ ਜੀ। ਇਸ ਟਾਈਮ ਮੈਂ 85,000 ਰੁਪਇਆ ਲਾ ਚੁੱਕਾ ਜੀ ਗਾਈਆਂ ਦੇ ਉੱਪਰ, ਦਵਾਈ ਤੇ ਮੈਡੀਸਨ ਦੇ ਜੀ। ਐਕਸ ਨਾਲ ਹੋਰ ਬਹੁਤ ਸਾਰੇ ਮਹਿੰਗੇ ਟੀਕੇ ਆਈ ਜਾਂਦੇ ਆ ਜੀ, 500-600 ਤੋਂ ਘੱਟ ਕੋਈ ਮੈਡੀਸਨ ਨਹੀਂ ਆ ਰਹੀ, ਕੀ ਕਰਗੇ, ਕਿੱਧਰ ਜਾਵੇ ਕਿਸਾਨੀ ਜੀ। ਜੋ ਤੁਹਾਡੀ ਗਾਈਆਂ ਮਰੀਆਂ ਨੇ, ਕਿੰਨੇ ਦਾ ਘਾਟਾ ਪੈ ਗਿਆ ਤੁਹਾਨੂੰ? ਮੈਨੂੰ ਘੱਟੋ ਘੱਟ ਜੀ ਇਸ ਟਾਈਮ 6 ਲੱਖ ਦਾ ਘਾਟਾ ਪੈ ਗਿਆ ਜੀ। ਮੇਰੇ ਕੋਲੇ 45 ਲੀਟਰ ਤੇ ਗਾਈਆਂ ਸੀਗੀਆਂ ਜੀ, 3 ਗਾਈਆਂ ਦੀ ਡੈਥ ਹੋ ਗਈ, 2-2.5 ਲੱਖ ਦਾ ਐਨੀਮਲ ਸੀਗੇ ਜੀ। ਜੋ ਹੁਣ ਇਸ ਸਮੇਂ ਤੁਹਾਡੇ ਕੋਲ ਗਾਈਆਂ ਹੈਗੀਆਂ ਨੇ, ਵਿੱਚੋਂ ਕਿੰਨਿਆਂ ਨੂੰ ਬਿਮਾਰੀ ਆ? ਇਸ ਟਾਈਮ ਮੇਰੇ ਕੋਲੇ 4 ਗਾਈਆਂ ਨੂੰ ਬਿਮਾਰੀ ਆ ਚੁੱਕੀ ਆ ਹੋ ਰਹੀ। ਆਹ ਗਾਂ ਸਾਹਮਣੇ ਖੜੀ ਆ ਜੀ, ਇਹ ਘੱਟੋ ਘੱਟ 45 ਲੀਟਰ ਦੁੱਧ ਵਾਲੀ ਗਾਂ ਸੀ। ਆਹ ਦੇਖੋ ਜੀ ਤੁਸੀਂ ਕੀ ਹਾਲਤ ਬਣੀ ਹੈ ਜੀ। ਸਾਡੇ ਰਜਿੰਦਰ ਸਿੰਘ ਵੀ ਮੌਜੂਦ ਨੇ, ਗੱਲਬਾਤ ਕਰਾਂਗੇ। ਜਿਵੇਂ ਹੁਣ ਨੌਜਵਾਨ ਕਹਿ ਰਿਹਾ ਕਿ 11 ਗਾਈਆਂ ਸੀ, 3 ਮਰ ਗਈਆਂ ਨੇ, 4 ਨੂੰ ਫਿਰ ਬਿਮਾਰੀ ਆ, ਹੁਣ ਕਿਸਾਨ ਕਿੱਧਰ ਨੂੰ ਜਾਵੇ? ਸਵਾਲ ਤਾਂ ਸਰਕਾਰ ਦੇ ਸਾਹਮਣੇ ਹੈ ਨਾ, ਕਿ ਸਰਕਾਰ ਕਹਿੰਦੀ ਆ ਕਿ ਫਸਲੀ ਵਿਭਿੰਨਤਾ ਹੋਵੇ, ਹੋਰ ਕੁਝ ਹੋਵੇ। ਇਹ ਨੌਜਵਾਨ ਵੀਰ ਪਹਿਲਾਂ ਕਬੱਡੀ ਦਾ ਪਲੇਅਰ ਸੀਗਾ, ਉਸ ਤੋਂ ਬਾਅਦ ਇਹ ਆਪਣੇ ਪਸ਼ੂ ਪਾਲਣ ਲੱਗਾ। ਇੱਕ ਵੀ ਪੈਸਾ ਲੋਨ ਨਹੀਂ ਲਿਆ, 6 ਕਿੱਲੇ ਪਰਿਵਾਰ ਕੋਲੇ ਜ਼ਮੀਨ ਆ, ਦਿਨ ਰਾਤ ਹੱਡ ਭੰਨਵੀਂ ਮਿਹਨਤ ਕਰਕੇ ਆਪਣੇ ਪੁੱਤਾਂ ਵਾਂਗੂ ਇਹਨੇ ਪਸ਼ੂਆਂ ਨੂੰ ਪਾਲਿਆ। 3 ਵਜੇ ਉੱਠ ਜਾਂਦਾ, ਪਿੰਡ 'ਚ ਪੁੱਛ ਲਓ, ਪਿੰਡ 'ਚ ਨਾ ਕਿਤੇ ਤਾਸ਼ ਖੇਡਦਾ, ਨਾ ਕਿਤੇ ਹੋਰ ਬੰਦਿਆਂ ਜਾ ਕੇ ਬਹਿੰਦਾ, ਦਿਨ ਰਾਤ ਜਿਹਨੂੰ ਕਹਿੰਦੇ ਪਸ਼ੂਆਂ 'ਚ ਪਸ਼ੂ ਹੋਣ ਵਾਲੀ ਗੱਲ ਆ। ਤੇ ਇੱਕ ਗਾਂ ਜਿਹੜੀ 45 ਲੀਟਰ ਦੁੱਧ ਦਿੰਦੀ ਸੀਗੀ, ਇੱਕ ਗਾਂ 45 ਲੀਟਰ ਦੁੱਧ ਦਿੰਦੀ ਸੀ, ਤੇ 3 ਗਾਵਾਂ 45 ਲੀਟਰ ਦੁੱਧ ਦੇਣ ਵਾਲੀਆਂ ਜਿਹੜੀਆਂ ਨੇ ਉਹ ਚਲੀਆਂ ਗਈਆਂ। ਕੁਆਂਟਲ ਦੁੱਧ ਹਰ ਰੋਜ਼ ਇਹ ਡੇਅਰੀ ਤੇ ਪਾਉਂਦਾ ਸੀ, ਤੇ ਹੁਣ ਸਿਰਫ 30-35 ਕਿਲੋ ਡੇਅਰੀ ਤੇ ਦੁੱਧ ਜਿਹੜਾ ਜਾ ਰਿਹਾ ਹੈਗਾ। ਤੁਸੀਂ ਇੱਕ ਦਿਨ ਦਾ ਘਾਟਾ ਦੇਖ ਲਓ, ਤੇ ਜਿਹੜੀ 2.5 ਲੱਖ ਦੀ 2-2 ਲੱਖ ਦੀ ਗਾਂ ਗਈ ਆ, ਉਹਦਾ ਘਾਟਾ ਦੇਖ ਲਓ, ਤੇ 1.5 ਲੱਖ ਦਾ ਜਿਹੜਾ ਨੇ ਅਚਾਰ ਪਾਇਆ ਸੀ ਮੱਕੀ ਦਾ, ਉਹਦਾ ਹੁਣ ਕੀ ਹੋਣਾ। ਤੇ ਆਹ ਜਿਹੜਾ ਸ਼ੈੱਡ ਪਾਇਆ, ਪੱਖੇ ਲਾਏ, ਸਾਰਾ ਕੁਝ, ਜੇ ਇਹਦੀ ਸਾਰੀ ਇਨਵੈਸਟਮੈਂਟ ਦੀ ਗੱਲ ਕਰੀਏ ਤੇ 10 ਲੱਖ ਤੋਂ ਉੱਪਰ ਪੈਸਾ ਜਿਹੜਾ ਸੀਗਾ ਆਪਣੇ ਪਸ਼ੂਆਂ ਨੂੰ ਪਾਲਣ ਤੇ ਸਾਂਭਣ ਤੇ ਜਿਹੜਾ ਸੀਗਾ ਉਹ ਲਾਇਆ ਹੈਗਾ। ਤੇ ਅੱਜ ਜਦੋਂ ਏਡੀ ਖਤਰਨਾਕ ਬਿਮਾਰੀ ਫੈਲੀ ਹੋਈ ਆ, ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ 1 ਮਹੀਨਾ ਪਹਿਲਾਂ ਅਬੋਹਰ ਦਾ ਪਿੰਡ ਆ ਰੂਪਨਗਰ, ਉੱਥੇ ਇਹ ਬਿਮਾਰੀ ਦੀ ਗੱਲ ਜਿਹੜੀ ਸੀ ਸਰਕਾਰ ਦੇ ਧਿਆਨ 'ਚ ਲਿਆਂਦੀ, ਸੋਸ਼ਲ ਮੀਡੀਆ ਰਾਹੀਂ। ਤਾਂ ਅੱਜ ਜਦੋਂ ਇਹ ਪੂਰੇ ਮਾਲਵੇ ਨੂੰ ਇੱਧਰ ਫੈਲ ਗਈ ਹੈਗੀ ਆ, ਲਗਾਤਾਰ ਦੁਆਬੇ ਵਿੱਚ ਵੀ ਇਹ ਕੇਸ ਆ ਰਹੇ ਹੈਗੇ ਆ, ਤਾਂ ਸਰਕਾਰ ਨੂੰ ਇੰਨੇ ਸਮੇਂ 'ਚ ਕੁਝ ਕਰਨਾ ਚਾਹੀਦਾ ਸੀਗਾ। ਅੱਜ ਜਦੋਂ ਇਹਨਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈਗਾ ਕਿਸਾਨੀ ਦਾ, ਤੇ ਫਿਰ ਇਹ ਜਾਣਗੇ ਕਿਹੜੇ ਪਾਸੇ? ਇਹ ਸਵਾਲ ਪੰਜਾਬ ਸਰਕਾਰ ਨੂੰ ਆ। ਪੰਜਾਬ ਸਰਕਾਰ ਨਾ ਇਲਾਜ ਦਾ ਖਰਚਾ ਕੁਝ ਦੇ ਰਹੀ ਆ, ਤੇ ਜਿਹੜੇ ਪਸ਼ੂਆਂ ਦਾ ਨੁਕਸਾਨ ਹੋਇਆ ਨਾ ਉਹਦੀ ਜਿਹੜੀ ਹੈਗੀ ਆ ਉਹ ਭਰਪਾਈ ਕਰ ਰਹੀ ਹੈਗੀ ਆ। ਹੁਣ ਕਰੋਗੇ ਕੀ? ਨੁਕਸਾਨ ਤਾਂ ਹੋ ਗਿਆ ਤੁਹਾਡਾ, 10 ਲੱਖ ਦੇ ਆਸ-ਪਾਸ ਨੁਕਸਾਨ ਹੋ ਗਿਆ। ਰੱਬ ਨਾ ਕਰੇ ਜੇ ਕੱਲ ਨੂੰ ਤੁਸੀਂ ਕਹਿੰਦੇ ਹੋ ਕਿ 3 ਗਾਈਆਂ ਨੂੰ ਹੋਰ ਬਿਮਾਰੀ ਲੱਗੀ ਹੈ, ਫਿਰ ਕੱਲ ਨੂੰ ਜੇ ਗਾਈਆਂ ਵੀ ਮਰ ਗਈਆਂ, ਫਿਰ ਕੀ ਕਰੋਗੇ? ਕੋਈ ਹੱਲ ਨਹੀਂ ਜੀ। ਹੁਣ ਸਾਰੇ ਰਾਹ ਸਾਡੇ ਬੰਦ ਹੋ ਚੁੱਕੇ ਆ ਸਾਰੇ ਜੀ। ਸਾਡਾ ਘਰ ਹੀ ਇਹਦੇ ਪਰਿਵਾਰ ਤੋਂ ਕਿਸਾਨੀ ਤੋਂ ਖੇਤੀ ਤੋਂ ਚੱਲ ਰਿਹਾ ਸੀਗਾ ਜੀ, ਉਦੋਂ ਬਾਅਦ ਦੁੱਧ ਤੋਂ ਚੱਲ ਰਿਹਾ ਸੀਗਾ ਜੀ। ਅਸੀਂ ਆਪਦੇ ਪਰਿਵਾਰ ਦੇ ਵਿੱਚ ਸੈਟਲ ਸੀ। ਹੁਣ ਤੁਸੀਂ ਕੀ ਕਰ ਸਕਦੇ ਆ ਜੀ? ਕੁਛ ਨਹੀਂ ਕਰ ਸਕਦੇ ਜੀ। ਘਰ ਦਾ ਖਰਚਾ ਪਾਣੀ ਅਸੋ ਸਾਰਾ ਬੰਦ ਹੋ ਗਿਆ ਜੀ। ਐਨੀਮਲ ਡੈਥ ਹੋਈ ਜਾਂਦੇ ਆ ਜੀ, ਕੁਛ ਨਹੀਂ ਕਰ ਸਕਦੇ ਅਸੀਂ ਜੀ। ਅਖੀਰ ਨੂੰ ਕਿਸਾਨ ਕਹਿੰਦੇ ਆ ਜੀ ਫਾਹਾ ਲੈ ਗਿਆ, ਫਿਰ ਫਾਹੇ ਵਾਲਾ ਕੰਮ ਹੀ ਹੋ ਗਿਆ ਜੀ। ਫਾਹਾ ਹੀ ਲੈ ਸਕਦੇ, ਇਦੋਂ ਬਾਅਦ ਤਾਂ ਕੁਛ ਕਰ ਨਹੀਂ ਸਕਦੇ ਜੀ। ਹੁਣ ਕੀ ਰਹੇ ਸਾਡੇ ਪੱਲੇ? ਕੁਛ ਨਹੀਂ ਰਿਹਾ ਜੀ। ਐਨੀਮਲ ਗਏ ਸਾਡੇ ਜੀ। ਡਾਕਟਰ ਕੋਲ ਜਦੋਂ ਜਾਂਦੇ ਹੋ, ਡਾਕਟਰ ਕਹਿੰਦਾ ਕੀ ਹੈ? ਠੀਕ ਹੋਊਗਾ ਪਸ਼ੂ ਕਿ ਨਹੀਂ ਹੋਊਗਾ, ਕਿ ਪੈਸੇ ਲੈ ਲੈਂਦਾ? ਡਾਕਟਰ ਤਾਂ ਬਸ ਜੀ ਟ੍ਰੀਟਮੈਂਟ ਕਰ ਰਹੇ ਆ ਜੀ। ਟ੍ਰੀਟਮੈਂਟ ਉਹ ਕਹਿੰਦੇ ਬਸ ਜੇ ਬੁਖਾਰ ਹੈ ਤਾਂ ਬੁਖਾਰ ਦਾ ਟ੍ਰੀਟਮੈਂਟ ਹੋ ਸਕਦਾ ਜੀ, ਜੇ ਹੋਰ ਜਾਂ ਸੋਜ ਆ ਸਕਦੀ ਹੈ, ਇਹਨਾਂ ਦੀ ਗੱਟਾਂ 'ਚ ਸੋਜ ਆ ਜਾਂਦੀ ਹੈ ਜੀ, ਸੋਜ ਦਾ ਟ੍ਰੀਟਮੈਂਟ ਹੋ ਸਕਦਾ ਜੀ। ਬਸ ਜਿਹੜੀ ਲੈਂਪੀ ਸਕੈਨ ਦਾ ਕੋਈ ਵੀ ਟ੍ਰੀਟਮੈਂਟ ਨਹੀਂ ਹੋ ਰਿਹਾ ਸੀ। ਮੈਡੀਸਨ ਆਈ, ਕੁਛ ਮੈਂ ਆਪ ਲਿਆ ਕੇ ਲਾਈ ਜਾਂਦਾ, ਕੁਛ ਡਾਕਟਰ ਲਾ ਰਹੇ ਜੀ, ਕੁਛ ਨਹੀਂ, ਕੋਈ ਵੀ ਹੱਲ ਹੋ ਨਹੀਂ ਸਕਦਾ ਜੀ। ਇੱਕ ਸਵਾਲ ਹੋ ਹੁੰਦਾ ਹੈ, ਇਹ ਤਾਂ ਚਲੋ ਨੌਜਵਾਨ ਕਹਿੰਦਾ ਕਿ ਮੈਂ ਖੁਦ ਆਦੀ ਮਿਹਨਤ ਕਰਕੇ ਗਾਈਆਂ ਬਣਾਈਆਂ, ਜਿਨ੍ਹਾਂ ਨੇ ਲੋਨ ਲਏ ਨੇ, ਜਿਨ੍ਹਾਂ ਦੀ ਗਾਈਆਂ ਮਰ ਗਈਆਂ, ਜੇ ਉਹਨਾਂ ਕਿਸਾਨਾਂ ਕੋਲ ਲੋਨ ਉਤਰਿਆ ਹੀ ਨਹੀਂ, ਫਿਰ ਕੀ ਕਰਨਗੇ? ਜਿਹੜੇ ਕਿਸਾਨਾਂ ਨੇ ਲੋਨ ਲੈ ਕੇ ਡੇਅਰੀ ਫਾਰਮਿੰਗ ਦਾ ਕਿੱਤਾ ਸ਼ੁਰੂ ਕੀਤਾ, ਉਹਨਾਂ ਦਾ ਡੁੱਬਣਾ ਤਾਂ ਤੈਅ ਆ ਨਾ। ਹੁਣ ਜਦੋਂ ਉਹਨਾਂ ਦੇ ਪਸ਼ੂ ਮਰ ਗਏ, ਦੁੱਧ ਨਹੀਂ ਹੈ, ਫਿਰ ਉੱਪਰੋਂ ਡਾਕਟਰ ਕਹਿੰਦੇ ਕਿ ਇਹ ਦੁੱਧ ਮਤਲਬ ਵਰਤਨਯੋਗ ਨਹੀਂ। ਜਦੋਂ ਇੰਨੇ ਜਿਹਨੂੰ ਟੀਕੇ ਲੱਗ ਰਹੇ ਨੇ, ਉਹ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਤਾਂ ਉਹ ਜਿਨ੍ਹਾਂ ਨੇ ਲੋਨ ਲਿਆ ਡੇਅਰੀ ਫਾਰਮਿੰਗ ਵਾਸਤੇ, ਕਿਸ਼ਤਾਂ ਕਿੱਥੋਂ ਮੋੜਨਗੇ? ਡੇਅਰੀ ਫਾਰਮਿੰਗ ਦਾ ਡੁੱਬਣਾ ਤਾਂ ਤੈਅ ਹੈਗਾ। ਤਾਂ ਇਹ ਕਿਸਾਨੀ ਦੇ ਉੱਪਰ ਤਾਂ ਇੱਕ ਹੋਰ ਜਿਹੜਾ ਸੰਕਟ ਆਇਆ ਖੜਾ ਹੈਗਾ। ਪੰਜਾਬ ਸਰਕਾਰ ਇਹਦੇ ਤੇ ਕੁਝ ਨਹੀਂ ਕਰ ਰਹੀਗੀ। ਹੁਣ ਗੁਰੂ ਅੰਗਦ ਦੇਵ ਜਿਹੜੀ ਵੈਟਰਨਰੀ ਯੂਨੀਵਰਸਿਟੀ ਖੁੱਲੀ ਹੋਈ ਹੈਗੀ ਆ, ਇੱਥੇ ਤਾਂ ਸਾਡੇ ਇੰਨਾ ਬੁਰਾ ਹਾਲ ਆ, ਤੁਸੀਂ ਕਿਸੇ ਵੀ ਪਿੰਡ ਜਾ ਕੇ ਪੁੱਛ ਲਓ, ਜਿਹੜੇ ਇੱਥੇ ਵੈਟਰਨਰੀ ਡਾਕਟਰ ਆਉਂਦੇ, ਜਿਹੜੇ ਡਾਕਟਰਾਂ ਨੂੰ ਲਿਆਂਦਾ ਜਾਂਦਾ ਪਸ਼ੂਆਂ ਦਿਆਂ ਨੂੰ, ਉਹ ਸਾਰੇ ਪ੍ਰਾਈਵੇਟ ਹੈਗੇ ਆ। ਸਰਕਾਰ ਦੀ ਤਾਂ ਕੋਈ ਸਹੂਲਤ ਨਹੀਂ ਹੈ। ਇਹ ਤਾਂ ਕਿਸਾਨੀ ਤਾਂ ਜਿਹੜੀ ਆ ਜੂਆ ਖੇਡਦੀ ਆ, ਮੂੰਗੀ ਬੀਜ ਲਈ ਤਾਂ ਜੂਆ, ਬਾਸਮਤੀ ਬੀਜ ਲਈ ਤਾਂ ਜੂਆ, ਪਸ਼ੂ ਰੱਖ ਲਏ ਤਾਂ ਜੂਆ।
ਤੇ ਜਿਹੜੇ ਇਹ ਲੋਕਾਂ ਨੂੰ ਇਹ ਲੱਗਦਾ ਨਾ ਕਿ ਇਹ ਮਾਮਲਾ ਕਿਸਾਨੀ ਦਾ, ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਸ਼ਹਿਰੀ ਲੋਕਾਂ ਨੂੰ, ਸਾਰੇ ਲੋਕਾਂ ਨੂੰ, ਕਿ ਮਾਮਲਾ ਭਾਈ ਤੁਹਾਡਾ ਵੀ ਆ। ਇਹ ਬਿਮਾਰੀ ਗਾਵਾਂ ਤੋਂ ਸੀਗੀ, ਮੱਝਾਂ 'ਚ ਆ ਗਈ, ਤੇ ਬਹੁਤ ਸਾਰੀਆਂ ਥਾਵਾਂ ਤੇ ਇਹ ਜਿਹੜੀ ਆ ਬੰਦਿਆਂ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਆ ਰਹੀ ਆ। ਤੇ ਜਿਹੜਾ ਇਹ ਦੁੱਧ ਇਹਨਾਂ ਅਫੈਕਟਡ ਪਸ਼ੂਆਂ ਦਾ ਡੇਅਰੀ ਫਾਰਮਿੰਗ ਰਾਹੀਂ ਜਾ ਰਿਹਾ ਹੈਗਾ, ਜਿੰਦੇ ਉਹ ਇੰਨੀਆਂ ਦਵਾਈਆਂ ਲੱਗੀਆਂ ਜਾਂ ਹੋਰ ਸਾਰਾ ਕੁਝ ਹੋਇਆ, ਕੱਲ ਨੂੰ ਪੀਣ ਵਾਲੇ ਸ਼ਹਿਰੀ ਲੋਕਾਂ ਦਾ, ਹੋਰਾਂ ਦਾ ਵੀ ਨੁਕਸਾਨ ਹੋ ਸਕਦਾ। ਤੇ ਮਾਮਲਾ ਤਾਂ ਸਾਰੇ ਸਮਾਜ ਦਾ, ਦੁੱਧ ਦਾ ਸਾਰੇ ਸਮਾਜ ਨਹੀਂ ਪੀਣਾ ਹੈਗਾ। ਤੇ ਨਕਲੀ ਦੁੱਧ ਪਹਿਲਾਂ ਇੰਨੀ ਵੱਡੀ ਪੱਧਰ ਤੇ ਵਿਕ ਰਿਹਾ ਹੈਗਾ, ਤੇ ਜੇ ਇਹ ਪਸ਼ੂਆਂ ਦੇ ਨਾਲ ਨੁਕਸਾਨ ਹੋ ਰਿਹਾ, ਦੁੱਧ ਦੀ ਪੈਦਾਵਾਰ ਹੋਰ ਘਟਣੀ ਆ, ਹੋਰ ਵੱਡੀ ਪੱਧਰ ਤੇ ਨਕਲੀ ਦੁੱਧ ਘਿਓ ਜਿਹੜਾ ਹੈ ਵਿਕੂਗਾ, ਹੋਰ ਸਮਾਜ ਨੂੰ ਜਿਹੜਾ ਬਿਮਾਰ ਕਰੂਗਾ। ਇਸ ਕਰਕੇ ਸਾਰੇ ਸਮਾਜ ਨੂੰ, ਸਰਕਾਰ ਨੂੰ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ, ਉਹਦੇ ਵੱਲ ਹੋਣਾ ਚਾਹੀਦਾ ਕਿ ਸਰਕਾਰ ਇਸ ਮਸਲੇ ਦਾ ਹੱਲ ਕੱਢੇ। ਇਹਦੀ ਕੋਈ ਵੈਕਸੀਨ ਜਿਹੜੀ ਹੈ ਖੋਜਣ ਵਾਲੇ ਪਾਸੇ ਤੁਰੇ, ਜੇ ਜਿੰਨਾ ਇਲਾਜ ਤੇ ਖਰਚਾ ਆ ਰਿਹਾ ਉਹ ਸਰਕਾਰ ਦੀ ਭਰਪਾਈ ਕਰੇ, ਤੇ ਜਿਨ੍ਹਾਂ ਦੇ ਪਸ਼ੂ ਮਰ ਗਿਆ ਤੇ ਜਿਨ੍ਹਾਂ ਦਾ ਦੁੱਧ ਦਾ ਘਾਟਾ ਪਿਆ ਉਹਨਾਂ ਦਾ ਉਹ ਸਾਰਾ ਖਰਚ ਜਿਹੜਾ ਹੈਗਾ ਮੁਆਵਜ਼ੇ ਦੇ ਵਜੋਂ ਜਿਹੜਾ ਹੈਗਾ ਪਸ਼ੂ ਪਾਲਕਾਂ ਨੂੰ ਦੇਵੇ। ਨਹੀਂ ਤਾਂ ਡੇਅਰੀ ਫਾਰਮਿੰਗ ਦਾ ਕਿੱਤਾ ਪੂਰੀ ਤਰ੍ਹਾਂ ਪੰਜਾਬ 'ਚ ਜਿਹੜਾ ਤਬਾਹ ਹੋਣ ਦੇ ਕੰਢੇ ਇਸ ਬਿਮਾਰੀ ਨੇ ਜਿਹੜਾ ਹੈਗਾ ਪਹੁੰਚਾਤਾ ਹੈ। ਤੁਹਾਡੇ ਪਿੰਡ ਵਿੱਚ ਇੱਥੇ ਹੱਡਾ ਦੌੜੀ ਵੀ ਬਣੀ ਹੋਈ ਹੈ, ਕਿੰਨੀਆਂ ਗਾਈਆਂ ਇੱਕ ਦਿਨ ਵਿੱਚ ਮਰੀਆਂ ਨੇ? ਉੱਥੇ ਰੋਜ਼ ਕਦੇ 5 ਪਸ਼ੂ, 10 ਪਸ਼ੂ, 15 ਪਸ਼ੂ ਜਿਹੜੇ ਹੈਗੇ ਇੱਦਾਂ ਆ ਰਹੇ ਹੈਗੇ ਆ। ਤੇ ਪਹਿਲਾਂ ਤਾਂ ਕਿਸਾਨ ਦਾ ਜਿਹੜਾ ਪਸ਼ੂ ਮਰਦਾ ਸੀਗਾ, ਹੱਡਾ ਰੋੜੀ ਵਾਲੇ ਚੱਕ ਕੇ ਲਿਆਂਦੇ ਸੀ। ਹੁਣ ਕਿਸਾਨ ਨੂੰ 500 ਰੁਪਈਆ ਕੋਲੋਂ ਦੇਣਾ ਪੈਂਦਾ, ਟਰਾਲੀ ਤੋਂ ਉੱਥੇ ਛੱਡ ਕੇ ਆਉਣਾ ਪੈਂਦਾ, ਕਿਉਂਕਿ ਜਿਹੜਾ ਇਹ ਸੋ ਕਾਲ ਜਿਹੜੇ ਗਊ ਰੱਖਿਅਕ ਹੈਗੇ ਆ, ਜਿਹੜੇ ਜਗ੍ਹਾ ਜਗ੍ਹਾ ਤੇ ਮੌਬ ਲਿੰਚਿੰਗ ਕਰਦੇ ਰਹੇ ਹੈਗੇ ਆ ਕਿ ਵੀ ਗਊ ਲੈ ਕੇ ਭਾਵੇਂ ਕੋਈ ਮੰਡੀ 'ਚੋਂ ਖਰੀਦ ਕੇ ਲਿਆਂਦਾ ਹੋਵੇ। ਰਾਜਸਥਾਨ ਪਹਿਲੂ ਖਾਂ ਦਾ ਕੇਸ ਸਾਰਿਆਂ ਨੇ ਸੁਣਿਆ ਨਾ, ਕਿ ਉਹ ਬੰਦਾ ਗਾਂ ਖਰੀਦ ਕੇ ਲਿਆਇਆ, ਗਾਂ ਮਤਲਬ ਕਿਸਾਨ ਸੀਗਾ, ਉਹਨੇ ਪਰਚੀ ਵੀ ਦਿਖਾਈ ਕਿ ਮਿਊਨਿਸਪਲ ਕਮੇਟੀ ਦੀ ਵੀ ਇੱਥੋਂ ਮੰਡੀ 'ਚੋਂ ਮੈਂ ਗਾਂ ਖਰੀਦ ਕੇ ਲਿਆਇਆ, ਉਹਨੂੰ ਕੁੱਟ ਕੇ ਉਹਨਾਂ ਬੰਦਿਆਂ ਨੇ ਮਾਰ ਦਿੱਤਾ ਗਿਆ। ਇੰਨੀ ਦਹਿਸ਼ਤ ਹੈਗੀ ਆ ਕਿ ਹੁਣ ਜਦੋਂ ਮਰ ਵੀ ਜਾਂਦੀਆਂ ਗਾਵਾਂ ਰਹੀਆਂ ਨੇ, ਤੇ ਗਊ ਰੱਖਿਅਕਾਂ ਦਾ ਜਾਂ ਉਸ ਤਰ੍ਹਾਂ ਦੇ ਫਾਸਿਸਟ ਟੋਲਿਆਂ ਦਾ ਇੰਨਾ ਭੈ ਆ, ਖੌਫ ਆ ਕਿ ਕਿਸਾਨਾਂ ਨੂੰ ਆਪਣੇ ਮਰੇ ਹੋਏ ਪਸ਼ੂ ਚੁਕਾਉਣ ਵਾਸਤੇ ਜਿਹੜੇ ਪੈਸੇ ਦੇਣੇ ਜਿਹੜੇ ਹੈਗੇ ਆ ਉਹ ਪੈ ਰਹੇ ਹੈਗੇ ਆ। ਹੱਡਾਂ ਰੂੜੀ 'ਚ ਪਸ਼ੂ ਰੋਲ ਰਹੇ ਹੈਗੇ ਆ, ਜੇ ਉੱਥੇ ਬਦਬੂ ਫੈਲੂਗੀ ਆਲੇ ਦੁਆਲੇ ਹੋਰ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਫੈਲਣਗੀਆਂ। ਤਾਂ ਇਹ ਬਹੁਤ ਪ੍ਰਤੀ ਜਿਹੜਾ ਸੰਕਟ ਹੈਗਾ ਇਸ ਜਿਹੜਾ ਹੈਗਾ ਬਣਿਆ ਪਿਆ ਹੈਗਾ। ਡੇਅਰੀ ਫਾਰਮ ਤੇ ਤੁਸੀਂ ਦੁੱਧ ਪਾਣ ਜਾਂਦੇ ਸੀ, ਕਿੰਨਾ ਲੀਟਰ ਤੁਸੀਂ ਦੁੱਧ ਪਾ ਕੇ ਆਉਂਦੇ ਸੀ? ਮੈਂ ਇਸ ਟਾਈਮ ਜੀ ਗਰਮੀਆਂ ਦੇ ਮੌਸਮ ਦੇ ਵਿੱਚ, ਹੁਣ ਪਸ਼ੂ ਡਰਾਈ ਵੀ ਕੀਤੇ ਹੋਇਆ, ਕੁਆਂਟਲ ਦੁੱਧ ਪਾ ਆਉਂਦਾ ਸੀਗਾ ਜੀ। ਹੁਣ ਕਿੰਨਾ ਪਾ ਕੇ ਆਉਂਦੇ? ਇਸ ਟਾਈਮ ਮੇਰੇ ਕੋਲੇ 30 ਕਿਲੋ ਦੁੱਧ ਹੈ ਜੀ। ਯਾਨੀ ਕਿ ਉਹਦੇ ਵਿੱਚੋਂ 7 ਲੀਟਰ ਦੁੱਧ ਵਿੱਚ ਉਹਦੇ 'ਚ ਗਿਆ, ਉਹ ਵੀ ਘਾਟਾ ਪੈ ਗਿਆ ਹੋਇਆ ਜੀ। ਗਾਈਆਂ ਮੰਨ ਲਾ ਮੇਰੇ ਕੋਲੇ 22 ਕਿਲੋ ਦੁੱਧ ਤੇ ਗਾਈਆਂ ਸੀ, ਉਹ ਗਾਈਆਂ ਬਿਲਕੁਲ ਦੁੱਧ ਸੁੱਕ ਜੀਆਂ, ਦੁੱਧੋਂ ਛੱਡ ਦਿੱਤੀਆਂ ਜੀ ਉਹ ਗਾਈਆਂ। ਜਿਹੜੀਆਂ 2 ਗਾਈਆਂ ਡੈਥ ਤੇ ਹੋਈਆਂ, ਇੱਕ ਦੇ 40 ਕਿਲੋ ਦੁੱਧ ਸੀਗਾ, ਉਹ ਵੀ ਦੁੱਧੋਂ ਭੱਜ ਗਈ ਸੀ। ਉਹ ਤੋਂ ਇੱਕ ਦੇ 25 ਕਿਲੋ ਡਰਾਈ ਕੀਤੀ ਹੋਈ ਸੀ, ਉਹ ਗੱਭਣ ਸੀਗਾ 6 ਮਹੀਨਿਆਂ ਦੀ, ਉਹਦੀ ਡੈਥ ਹੋ ਗਈ, ਤੇ ਉਹ ਵੀ ਸੁੱਕ ਚੁੱਕਾ ਸੀ ਦੁੱਧ, ਜਮਾ ਬਿਲਕੁਲ ਖਤਮ ਹੋ ਗਿਆ ਦੁੱਧ। ਜਿਨ੍ਹਾਂ ਨੂੰ ਬਿਮਾਰੀ ਹੈਗੀ, ਡਾਕਟਰ ਕਹਿੰਦੇ ਨੇ ਕਿ ਦੁੱਧ ਚੋਂ ਕੇ ਇਹਦਾ ਤੁਸੀਂ ਵਰਤ ਸਕਦੇ ਹੋ। ਹਾਂ, ਕਹਿ ਤਾਂ ਰਹੇ ਆ ਜੀ, ਉਹ ਕਹਿੰਦੇ ਬਾਲ ਕੇ ਵਰਤ ਸਕਦੇ ਆ ਜੀ, ਦੁੱਧ ਪੀ ਸਕਦੇ ਆ ਜੀ, ਕਹਿ ਤਾਂ ਰਹੇ, ਪੀ ਵੀ ਰਹੇ ਆ। ਹੁਣ ਕੀ ਕਰ ਗਏ, ਕਿੱਥੇ ਜਾਈਏ ਜੀ? ਸਾਰਿਆਂ ਨੂੰ ਤਾਂ ਓਲੰਪਿਕ ਸਕੈਨ ਆ ਗਈ ਆ, ਕੀ ਕਰ ਗਏ, ਕਿੱਥੋਂ ਲੈ ਕੇ ਆਈਏ ਦੁੱਧ? ਹੋਰ ਕਿੱਥੋਂ ਲੈ ਕੇ ਆਈਏ? ਪੈਦਾ ਨਹੀਂ ਹੋ ਰਿਹਾ ਦੁੱਧ, ਅਕਸਰ ਪਸ਼ੂਆਂ ਤੇ ਹੀ ਆਉਣਾ ਦੁੱਧ ਤਾਂ ਜੀ। ਦੁੱਧ ਕਿੱਥੋਂ ਲੈ ਕੇ ਆਊਗਾ, ਦੁੱਧ ਬਣੂਗਾ ਕਿੱਥੋਂ ਜੀ? ਹੁਣ ਇੱਕ ਜੋ ਤੁਸੀਂ ਡੇਅਰੀ ਫਾਰਮ ਦੀ ਗੱਲ ਕਰ ਰਹੇ ਸੀ, ਮੈਂ ਫਿਰ ਉਹੀ ਸਵਾਲ ਦੁਬਾਰਾ ਦੁਹਰਾ ਦਿੰਦਾ ਕਿ ਕਿਸਾਨ ਜੋ ਕਰਜ਼ਾਈ ਹੋਊਗਾ, ਤੁਸੀਂ ਡਿਮਾਂਡ ਕਰ ਰਹੇ ਹੋ ਵੀ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਨੇ ਕਿਸਾਨਾਂ ਨੂੰ, ਕੋਈ ਸਕੀਮ ਹੈਗੀ ਹੈ ਇਸ ਤਰੀਕੇ ਦੇ ਨਾਲ ਕਿ ਸਰਕਾਰ ਪੈਸੇ ਦੇ ਦੇਵੇ? ਦੇਖੋ, ਸਕੀਮਾਂ ਤਾਂ ਜਿਨ੍ਹਾਂ ਨੇ ਲੋਨ ਲੈ ਕੇ ਡੇਅਰੀ ਫਾਰਮਿੰਗ ਦਾ ਕੰਮ ਕੀਤਾ ਹੈਗਾ, ਠੀਕ ਆ, ਉਹਦੇ ਬਾਰੇ ਕੋਈ ਥੋੜ੍ਹੀਆਂ ਬਹੁਤ ਸਕੀਮਾਂ ਹੈਗੀਆਂ ਨੇ, ਪਰ ਅੱਜ ਤੱਕ ਅਸੀਂ ਲੋਨ ਲੈ ਕੇ ਡੇਅਰੀ ਫਾਰਮਿੰਗ ਮੈਂ ਤਾਂ ਕਿਤੇ ਕਾਮਯਾਬ ਹੁੰਦਾ ਦੇਖਿਆ ਨਹੀਂ ਹੈਗਾ। 100 ਚੋਂ 1-2% ਕੇਸ ਹੈਗੇ ਆ, ਨਹੀਂ ਤਾਂ ਉਹ ਮਤਲਬ ਜਿਸ ਤਰ੍ਹਾਂ ਦਾ ਸੰਕਟ ਹੈਗਾ, ਜਾਂ ਕਦੇ ਇਹ ਮੰਨ ਲਓ ਕਿਸ਼ਤ ਨਹੀਂ ਮੁੜ ਸਕੀ, ਮਤਲਬ ਮੈਂ ਆਪਣੇ ਖੁਦ ਵੇਖਿਆ ਅੱਖੀ, ਜਿਨ੍ਹਾਂ ਬੰਦਿਆਂ ਨੇ ਮਤਲਬ ਵੱਡੇ ਸ਼ੈੱਡ ਪਾਏ, ਵੱਡੇ ਡੇਅਰੀ ਫਾਰਮ ਖੋਲ੍ਹੇ ਆ, ਬਾਅਦ ਦੇ ਵਿੱਚ ਬਰਬਾਦ ਹੁੰਦੇ ਜਿਹੜੇ ਹੈਗੇ ਆ ਉਹ ਦੇਖੇ ਹੈਗੇ ਆ। ਸਰਕਾਰ ਨੇ ਤਾਂ ਇਸ ਪਾਸੇ ਇਹ ਸਾਰੇ ਕਿੱਤਿਆਂ ਨੂੰ ਮੁਨਾਫੇਬੰਦ ਜਾਂ ਲਾਹੇਵੰਦ ਬਣਾਉਣ ਲਈ ਜਿਹੜੇ ਕੰਮ ਨਹੀਂ ਕੀਤੇ ਗਏ, ਸਿਰਫ ਕਾਗਜ਼ਾਂ ਦੇ ਵਿੱਚ ਜਿਹੜੀਆਂ ਨੇ ਉਹ ਸਕੀਮਾਂ ਨੇ। ਡੇਅਰੀ ਫਾਰਮਿੰਗ ਲਈ, ਪਸ਼ੂ ਪਾਲਣ ਲਈ ਸਰਕਾਰ ਕਿੰਨੀ ਕੁ ਸਹਿਰਦਾ, ਉਹ ਇਸ ਗੱਲ ਤੋਂ ਪਤਾ ਲੱਗ ਰਿਹਾ ਕਿ 1 ਮਹੀਨਾ ਹੋ ਗਿਆ ਬਿਮਾਰੀ ਫੈਲੀ ਨੂੰ, ਔਰ ਸਰਕਾਰ ਜਿਹੜੀ ਮਾੜੀ ਗੱਲ ਤੇ ਇਸ਼ਤਿਹਾਰਬਾਜ਼ੀ ਕਰਦੀ ਆ, ਇਹਦੇ ਤੇ ਜਿਹੜੀ ਉਹਨੇ ਚੁੱਪੀ ਧਾਰੀ ਹੋਈ ਆ ਵੀ ਉਹ ਸਰਕਾਰ ਕੀ ਕਰੂਗੀ, ਸਰਕਾਰ ਕੀ ਕਰ ਰਹੀ ਆ ਉਹਨਾਂ ਦੁਖੀ ਤੇ ਪੀੜਤ ਕਿਸਾਨਾਂ ਬਾਰੇ, ਇਹਦੇ ਤੇ ਸਰਕਾਰ ਦੀ ਹਜੇ ਤੱਕ ਕੋਈ ਨੀਤੀ ਸਾਹਮਣੇ ਨਹੀਂ ਆਈ। ਯੂਨੀਵਰਸਿਟੀ ਤੋਂ ਤੁਸੀਂ ਕਹਿੰਦੇ ਹੋ ਕਿ ਡਾਕਟਰ ਆਉਂਦੇ ਨੇ, ਉਹ ਪ੍ਰਾਈਵੇਟ ਨੇ ਕਿ ਸਰਕਾਰੀ ਨੇ? ਕੀ ਕੈਂਪ ਲੱਗਦੇ ਨੇ ਇਹੋ ਜਿਹੀ ਬਿਮਾਰੀ ਨੂੰ ਬਚਾਉਣ ਵਾਸਤੇ ਵੀ ਕਿਸਾਨਾਂ ਨੂੰ ਅਵੇਅਰ ਕੀਤਾ ਜਾਵੇ ਵੀ ਖਿਆਲ ਕਿੱਦਾਂ ਰੱਖਣਾ ਇਹਦਾ?
ਨਹੀਂ, ਇਹ ਟ੍ਰੇਨਿੰਗ ਕੈਂਪ ਤਾਂ ਲੱਗਦੇ ਆ, ਜਿਹੜੇ ਪਸ਼ੂ ਪਾਲਣ ਦੀ ਟ੍ਰੇਨਿੰਗ ਲੈਂਦੇ ਉਹਦੇ ਲੱਗਦਾ, ਪਰ ਯੂਨੀਵਰਸਿਟੀਆਂ ਦੇ ਕੋਈ ਡਾਕਟਰ ਪਿੰਡਾਂ 'ਚ ਆਉਂਦੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਪਿੰਡਾਂ ਤਾਂ ਜਿਹੜੇ ਪ੍ਰਾਈਵੇਟ ਵੈਟਰਨਰੀ ਨੇ ਉਹ ਜ਼ਿਆਦਾਤਰ ਉਹੀ ਜਿਹੜੇ ਹੈਗੇ ਨੇ ਉਹ ਵਿਚਰਦੇ ਆ, ਜਿਨ੍ਹਾਂ ਨੇ ਕਿਸੇ ਵੈਟਰਨਰੀ ਤੋਂ ਸਿੱਖਿਆ ਹੋਇਆ ਪ੍ਰੈਕਟਿਸ ਦੇ ਰਾਹੀਂ, ਉਹੀ ਜਿਹੜਾ ਹੈਗਾ ਇਲਾਜ ਕਰਦੇ, ਉਹਨਾਂ ਤੋਂ ਲੋਕ ਟੀਕੇ ਟੂਕੇ ਜਿਹੜੇ ਹੈਗੇ ਲਵਾਈ ਜਾਂਦੇ ਹੈਗੇ ਆ। ਇਹ ਹਾਲਤ ਆ। ਹੁਣ ਜਵਾਨ ਹੁਣ ਕਹਿ ਵੀ ਰਿਹਾ ਸੀ, ਨੌਜਵਾਨ ਕਹਿ ਰਿਹਾ ਕਿ ਫਾਹਾ ਨਾ ਲਈਏ ਤਾਂ ਕੀ ਕਰੀਏ, ਕਿ ਕਿਸਾਨ ਖੇਤੀ ਵਾਸਤੇ ਵੀ ਆਪਾਂ ਦੇਖਦੇ ਹਾਂ, ਰੇਸ਼ੋ ਕੱਢ ਕੇ ਦੇਖੀਏ ਤਾਂ ਕਿਸਾਨ ਜੋ ਹੈਗਾ ਲਗਾਤਾਰ ਉਹ ਫਾਹਾ ਲੈ ਰਿਹਾ, ਔਰ 5 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਨੇ 2 ਲੱਖ ਹੈਕਟੇਅਰ ਜ਼ਮੀਨ ਜੋ ਹੈ ਖੇਤੀ ਛੱਡ ਦਿੱਤੀ ਹੈ। ਜੇ ਵੀ ਧੰਦਾ ਚਲਾ ਗਿਆ ਪੰਜਾਬ ਦੇ ਵਿੱਚੋਂ, ਫਿਰ ਪੰਜਾਬ ਕਿੱਧਰ ਨੂੰ ਤੁਰ ਪਊਗਾ? ਦੇਖੋ, ਅਸੀਂ ਤਾਂ ਇਸ ਗੱਲ ਦੇ ਬਿਲਕੁਲ ਹਮਾਇਤ 'ਚ ਨਹੀਂ ਗੇ। ਸਾਡਾ ਵਿਰਸਾ, ਗੁਰੂ ਸਾਹਿਬਾਨ ਨੇ ਸਾਨੂੰ ਲੜਨਾ ਸਿਖਾਇਆ, ਜਦੋਜਹਿਦ ਕਰਨੀ ਸਹੀ, ਫਾਹੇ ਲੈਣਾ ਕਿਸੇ ਵੀ ਤਰੀਕੇ ਦਾ ਹੱਲ ਨਹੀਂ ਹੈਗਾ। ਨੌਜਵਾਨ ਤਾਂ ਕਹਿ ਰਿਹਾ। ਨਹੀਂ, ਚਲੋ ਇਹ ਬੰਦਾ ਦੁਖੀ ਹੋਇਆ, ਪਰੇਸ਼ਾਨ ਹੋਇਆ ਬੰਦਾ ਤਾਂ ਕਹਿੰਦਾ ਹੈਗਾ, ਪਰ ਅਸੀਂ ਇਹਨਾਂ ਦੇ ਨਾਲ ਹੈਗੇ ਆ। ਅਸੀਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਕਹਾਂਗੇ ਕਿ ਆਪਾਂ ਨੂੰ ਤਾਂ ਸਰਕਾਰ ਖਿਲਾਫ ਲੜਨਾ ਚਾਹੀਦਾ ਇਸ ਗੱਲ ਦੇ ਵਾਸਤੇ। ਹੁਣ ਜਿੰਨਾ ਕਿਸਾਨੀ ਦਾ ਸੰਕਟ ਆ, ਜਿੰਨਾ ਪਸ਼ੂਆਂ ਦਾ ਸੰਕਟ ਬਣ ਗਿਆ, ਹੁਣ ਕੀ ਸਾਰਾ ਪੰਜਾਬ ਖੁਦਕੁਸ਼ੀ ਕਰ ਜੇ, ਕਿ ਸਾਰਾ ਪੰਜਾਬ ਮਰ ਜੇ? ਜੇ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਹੈ ਤਾਂ ਅਸੀਂ ਕਿਉਂ ਮਰ ਗਏ? ਅਸੀਂ ਸਰਕਾਰ ਦੇ ਖਿਲਾਫ ਲੜੀਏ, ਸਰਕਾਰ ਦੇ ਗੱਲ ਜਿਹੜਾ ਹੈਗਾ ਅੰਗੂਠਾ ਦੇਈਏ। ਪਰ ਸੰਕਟ ਜਿਹੜਾ ਹੈਗਾ ਉਹ ਮਤਲਬ ਬਹੁਤ ਪਰਤੀ ਆ। ਮਾਲਵੇ ਦੀ ਧਰਤੀ ਤੇ ਸਿਹਤ ਦਾ ਇੱਥੇ ਸੰਕਟ, ਮਤਲਬ ਕੈਂਸਰ ਟ੍ਰੇਨ ਇੱਥੋਂ ਚੱਲਦੀ ਹੈਗੀ ਆ, ਪਸ਼ੂਆਂ ਦੀ ਸਿਹਤ ਇੱਥੇ ਉਹ ਜਿਹੜੀ ਹੈਗੀ ਆ, ਜ਼ਮੀਨ ਦੀ ਸਾਡੀ ਦੀ ਸਿਹਤ ਮਾੜੀ ਆ, ਪਾਣੀ ਸਾਡਾ ਜਿਹੜਾ ਹੈਗਾ ਉਹ ਪ੍ਰਦੂਸ਼ਿਤ ਹੋ ਗਿਆ। ਤਾਂ ਜਿੰਨਾ ਗੰਭੀਰ ਸੰਕਟ ਹੈਗਾ, ਸਰਕਾਰ, ਲੋਕਾਂ ਨੇ ਕਿਹਾ ਸੀ ਬਦਲਾਅ ਆਊਗਾ, ਠੀਕ ਆ, ਲੋਕਾਂ ਨੇ ਤਾਂ ਬਹੁਤ ਵੱਡੀ ਪੱਧਰ ਤੇ ਹੁੱਬ ਕੇ ਸਰਕਾਰ ਨੂੰ ਜਿਹੜੀਆਂ ਨੇ ਵੋਟਾਂ ਪਾਈਆਂ ਨੇ, ਪਰ ਸਰਕਾਰ ਜਿਹੜੀ ਹੈਗੀ ਆ ਕਿਤੇ ਵੀ ਹਰਕਤ ਦੇ ਵਿੱਚ ਜਿਹੜੀ ਨਜ਼ਰ ਨਹੀਂ ਆ ਰਹੀ, ਕਿ ਜਿੰਨਾ ਗੰਭੀਰ ਸੰਕਟ ਆ ਸਰਕਾਰ ਉਨੀ ਗੰਭੀਰਤਾ ਦਿਖਾਉਂਦੀ ਕਿਤੇ ਵੀ ਨਜ਼ਰ ਜਿਹੜੀ ਆ ਨਹੀਂ ਰਹੀਗੀ। ਤੁਸੀਂ ਇਹਨਾਂ ਗਾਈਆਂ ਨੂੰ ਜੇ ਪਾਲਿਆ, ਕਿੱਦਾਂ ਪਾਲਿਆ, ਕਿੰਨੇ ਵਜੇ ਉੱਠਦੇ ਹੋ, ਕਿੰਨੇ ਸਾਲ ਤੋਂ ਗਾਈਆਂ ਨੂੰ ਪਾਲਦੇ ਹੋ? ਮੈਂ ਹੀ 3 ਸਾਲ ਤੋਂ ਡੇਅਰੀ ਫਾਰਮ ਕਰ ਰਿਹਾ। ਮੈਂ ਸਵੇਰ 3:30 ਵਜੇ ਉੱਠਦਾ ਤੇ ਰਾਤ ਨੂੰ ਮੈਂ 9:30 10 ਵਜੇ ਪੈਂਦਾ ਜੀ। ਸਾਰੀ ਦਿਹਾੜੀ ਮੈਂ ਇਹਨਾਂ ਦੇ ਵਿੱਚ ਰਹਿਣਾ ਜੀ। ਇਹ ਮੇਰੀਆਂ ਪੁੱਤਾਂ ਨੂੰ ਪਾਲੀਆਂ ਹੋਈਆਂ। ਮੇਰੇ ਕੋਲੇ ਕੱਲ ਡੈਥ ਹੋਈ ਆ ਬੱਚੀ, ਡੈਨਮਾਰਕ 40/16 ਦੀ ਬੱਚੀ ਸੀ। 2 ਮਹੀਨੇ ਰਹਿ ਗਏ ਸੀਗੇ ਜੀ। ਬਹੁਤ ਉਮੀਦਾਂ ਸੀ ਮੈਨੂੰ ਉਹ ਵੈੜ ਤੋਂ ਜੀ। ਮੈਨੂੰ ਆਏ ਸੀਗਾ ਵੀ ਮੈਂ PDF ਦੇ ਮੇਲੇ ਤੇ ਲੈ ਕੇ ਜਾਊਂਗਾ। ਮੇਰੀਆਂ ਆਸਾਂ ਤੇ ਸਾਰੀਆਂ ਤੇ ਪਾਣੀ ਫਿਰ ਚੁੱਕਾ ਜੀ। 45 ਲੀਟਰ ਵਾਲੇ ਦੁੱਧ ਤਿਆਰ ਕਰਨੇ ਪਸ਼ੂ, ਮੈਨੂੰ ਬਹੁਤ ਜ਼ਿਆਦਾ ਮਿਹਨਤ ਦਿਨ ਭਰ ਰਾਤ ਤੱਕ ਕੀਤਾ ਜੀ। ਇਹਨਾਂ ਸਰੀਮਾ ਸਿਲੈਕਸ਼ਨ ਕੀਤਾ, ਸਾਰਾ ਕੁਝ ਕੀਤਾ ਜੀ। 3 ਪੀੜ੍ਹੀਆਂ ਤੋਂ ਗਾਈਆਂ ਦਾ ਬਦਲਾਅ ਲਿਆਂਦਾ ਜੀ। ਅਸਰ ਫੇਰ ਹੀ ਇਹ ਹੀਰੇ ਤਿਆਰ ਹੋਏ ਆ। ਹੁਣ ਮੇਰੇ ਹੀਰੇ ਕੌਡੀਆਂ ਦੇ ਭਾਅ ਤੁਰੇ ਜਾਂਦੇ ਜੀ। ਮੈਂ ਦੱਸੋ ਕਿੱਧਰ ਜਾਵਾਂ ਜੀ, ਕੀ ਕਰਾਂ ਜੀ? ਮੈਨੂੰ ਕੋਈ ਰਾਹ ਨਹੀਂ ਦੱਸ ਰਿਹਾ ਇਸ ਟਾਈਮ ਜੀ। ਕੀ ਮੰਗ ਕਰਨੇ ਹੋ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ, ਮੈਂ ਆਪਦੇ ਪੈਰਾਂ ਸਾਰ ਮੈਨੂੰ ਇੰਨੇ ਕੁ ਜੋਗਾ ਕਰ ਦਿਓ ਵੀ ਮੈਂ ਆਪਦੇ ਪੈਰਾਂ ਸਾਰ ਫੇਰ ਦੂਰੀ ਯਾਰ ਖੜਾ ਹੋ ਸਕਦਾ। ਮੈਂ ਆਪਦੇ ਪਸ਼ੂ ਫੇਰ ਦੂਰੀ ਯਾਰ ਪਾ ਸਕਦਾ। ਜੋ ਬਿਮਾਰੀ ਆਈ ਆ, ਮੈਂ ਇਹ ਤੋਂ ਰਾਹਤ ਮਿਲਦੀ ਆ ਤਾਂ ਥੋੜਾ ਬਹੁਤਾ ਬਸ ਮੈਂ ਆਪਦੇ ਪੈਰਾਂ ਸਾਰ ਆਪਦਾ ਪਰਿਵਾਰ ਫੇਰ ਚਲਾ ਸਕਦਾ ਜੀ। ਮੇਰਾ ਜਮਾਂ ਰਾਹ ਬੰਦ ਹੋ ਚੁੱਕਿਆ ਸਾਰੇ ਜੀ। ਤੇ ਸਾਡੀ ਗੱਲ ਮੈਂ ਸੁਣੀ ਹੈ, ਜੋ ਤਸਵੀਰ ਦੇਖ ਰਹੇ ਹੋ ਗਾਈਆਂ ਦੀ, 11 ਗਾਈਆਂ ਸੀ ਜਿਸ ਵਿੱਚੋਂ 3 ਦੀ ਮੌਤ ਹੋ ਚੁੱਕੀ ਹੈ। ਜੋ 4 ਗਾਈਆਂ ਨੇ, ਇਹਨਾਂ ਗਾਈਆਂ ਨੂੰ ਬਿਮਾਰੀ ਹੈ। ਹੁਣ ਜੇ ਗਾਈਆਂ ਇਹ ਵੀ ਮਰ ਜਾਂਦੀਆਂ ਨੇ ਤਾਂ ਕਿਸਾਨ ਦੇ ਪੱਲੇ ਕੀ ਰਹੂਗਾ? ਤੇ ਦੂਜੇ ਪਾਸੇ ਸੰਕਟ ਵਿੱਚ ਕਿਉਂ ਕਿਸਾਨ ਹੈ, ਕਿਉਂ ਬਾਰ-ਬਾਰ ਚਿੰਤਾ ਜਤਾਈ ਜਾ ਰਹੀ ਹੈ? ਖੇਤੀ ਸੰਕਟ 'ਚ ਹੈ, ਪਾਣੀ ਸੰਕਟ ਵਿੱਚ ਹੈ, ਕਿਸਾਨਾਂ ਦੇ ਪਰਿਵਾਰ ਵੀ ਸੰਕਟ ਵਿੱਚ ਹੈ ਜਿਨ੍ਹਾਂ ਨੇ ਆਤਮ ਹੱਤਿਆ ਕਰ ਲਈਆਂ। ਜੇ ਇਸੇ ਤਰੀਕੇ ਨਾਲ ਸੰਕਟ ਵੱਧਦਾ ਗਿਆ ਪੰਜਾਬ ਦਾ, ਤੇ ਆਉਣ ਵਾਲਾ ਭਵਿੱਖ ਕੀ ਹੋਏਗਾ ਪੰਜਾਬ ਦਾ? ਕਿਉਂਕਿ ਇਹ ਕਿੱਤਾ ਪਿੰਡਾਂ ਦੇ ਨਾਲ ਸ਼ਹਿਰਾਂ ਨਾਲ ਵੀ ਜੁੜਿਆ ਹੋਇਆ ਹੈ। ਜੇ ਪਿੰਡਾਂ ਵਿੱਚ ਗਾਈਆਂ ਸਹੀ ਨਹੀਂ ਤਾਂ ਸ਼ਹਿਰਾਂ ਵਿੱਚ ਦੁੱਧ ਕਿਵੇਂ ਪੁੱਜ ਜਾਏਗਾ? ਇਹ ਸਭ ਤੋਂ ਅਹਿਮ ਸਵਾਲ ਹੈ। ਤਾਂ ਪਿੰਡ ਤੋਂ ਇਹ ਸ਼ੁਰੂਆਤ ਹੁੰਦੀ ਹੈ ਤਾਂ ਸ਼ਹਿਰਾਂ ਤੱਕ ਪੁੱਜਦੀ ਹੈ। ਕਿ ਹੁਣ ਸਰਕਾਰ ਇਸ ਉੱਪਰ ਕੋਈ ਚਿੰਤਾ ਕਰੇਗੀ? ਕਿ ਸਰਕਾਰ ਇਸ ਉੱਪਰ ਬੋਲੇਗੀ ਕਿ ਡਾਕਟਰ ਆਉਣਗੇ ਯੂਨੀਵਰਸਿਟੀ ਤੋਂ, ਕਿ ਆ ਕੇ ਦੁਬਾਰਾ ਦੱਸਣਗੇ ਵੀ ਕਿੱਦਾਂ ਬਿਮਾਰੀ ਦਾ ਠੀਕ ਕੀਤੀ ਜਾ ਸਕਦੀ ਹੈ ਔਰ ਇਸ ਦਾ ਹੱਲ ਕੀ ਹੈ?